ਕੀ ਤੁਸੀਂ ਐਕਸੀਡੈਂਟ ਦੇ ਕਾਰਨ ਪਰੇਸ਼ਾਨ ਹੋ? ਕਾਲ ਹਾਸ਼ਮੀ ਲਾਅ ਫਰਮ। ਇਹ ਪਰਸਨਲ ਇੰਜਰੀ ਅਤੇ ICPC ਕੇਸਿਸ ਦੇ ਮਾਹਰ ਹਨ। ਡਾਇਨਾਮਿਕ, ਤਜਰਬੇਕਾਰ ਅਤੇ ਪ੍ਰੋਫੈਸ਼ਨਲ ਲਾਇਰਸ ਦੀ ਟੀਮ ਨੂੰ ਅੱਜ ਹੀ ਫ੍ਰੀ ਕੰਸਲਟੇਸ਼ਨ ਲਈ ਕਾਲ ਕਰੋ 604 599 2900 ਤੇ। ਸਾਨੂੰ ਪਤਾ ਹੈ ਤੁਹਾਡੇ ਉੱਤੇ ਕੀ ਗੁਜ਼ਰ ਰਹੀ ਹੈ, ਅਸੀਂ ਤੁਹਾਡੇ ਨਾਲ ਹਾਂ। ਗੁਰਦੁਆਰਾ ਸਾਹਿਬ ਅਕਾਲੀ ਸਿੰਘ ਸਿੱਖ ਸੁਸਾਇਟੀ ਦੇ ਹਰ ਰੋਜ਼ ਦੇ ਪ੍ਰੋਗਰਾਮਸ ਦੇ ਵੇਰਵੇ ਸੋਮਵਾਰ ਤੋਂ ਵੀਰਵਾਰ ਸਵੇਰੇ 6 ਤੋਂ 8 ਨਿਤਨੇਮ ਤੇ ਆਸਾ ਕੀ ਵਾਰ, ਸੋਮਵਾਰ ਤੋਂ ਐਤਵਾਰ ਸ਼ਾਮ 6 ਤੋਂ 7 ਕੀਰਤਨ, ਹਰ ਸੋਮਵਾਰ ਅਤੇ ਬੁੱਧਵਾਰ ਸ਼ਾਮ 5:45 ਤੋਂ 7:15 ਤੱਕ ਗੁਰਬਾਣੀ ਸੰਥਿਆ ਕਲਾਸਾਂ, ਹਰ ਬੁੱਧਵਾਰ ਸਵੇਰੇ 10:30 ਤੋਂ 12:15 ਬੀਬੀਆਂ ਵੱਲੋਂ ਸੁਖਮਨੀ ਸਾਹਿਬ ਦਾ ਪਾਠ, ਹਰ ਸ਼ਨੀਚਰਵਾਰ ਸਵੇਰੇ 6 ਤੋਂ 7 ਵਜੇ ਤੱਕ ਸਿਮਰਨ ਹੁੰਦਾ ਹੈ, ਹਰ ਸ਼ਨੀਚਰਵਾਰ ਤੇ ਐਤਵਾਰ ਸਵੇਰੇ 10 ਤੋਂ 12 ਕੰਪਿਊਟਰ ਕਲਾਸ, ਹਰ ਐਤਵਾਰ 10 ਤੋਂ 12 ਲਾਇਬ੍ਰੇਰੀ ਖੁੱਲਦੀ ਹੈ। ਬੱਚਿਆਂ ਵਾਸਤੇ ਕੀਰਤਨ ਤੇ ਪੰਜਾਬੀ ਕਲਾਸਿਸ ਦਾ ਵੀ ਪ੍ਰਬੰਧ ਹੈ। ਇੱਕ ਉਹ ਵੀ ਸਮਾਂ ਸੀ ਜਦੋਂ ਸਾਡੇ ਬਜ਼ੁਰਗਾਂ ਨੇ ਏਕਤਾ ਵਾਸਤੇ ਕੁਰਬਾਨੀਆਂ ਕਰ ਦਿੱਤੀਆਂ, ਲੇਕਿਨ ਅੱਜ ਉਹ ਵੀ ਸਮਾਂ ਹੈ ਜਦੋਂ ਗੁਰਦੁਆਰਿਆਂ ਦੇ ਵਿੱਚ ਇੱਕ ਦੂਸਰੇ ਦੀ ਪਗੜੀਆਂ ਅਸੀਂ ਉਛਾਲਦੇ ਹਾਂ ਤੇ ਫਿਰ ਅਸੀਂ ਪੰਥਕ ਮਰਿਆਦਾ ਦੀ ਗੱਲ ਕਰਦੇ ਹਾਂ। ਵਿਚਾਰਾਂ ਦਾ ਡਿਫਰੈਂਸਿਸ ਆਫ ਓਪੀਨੀਅਨ ਹੋਣੇ ਚਾਹੀਦੇ ਨੇ, ਪਰ ਇਸ ਦਾ ਇਹ ਮਕਸਦ ਨਹੀਂ ਕਿ ਅਸੀਂ ਗੁਰੂ ਦੇ ਸਿਧਾਂਤ ਤੋਂ ਹੀ ਪਿੱਛੇ ਹਟ ਜਾਈਏ। ਗੁਰੂ ਦਾ ਸਿਧਾਂਤ ਤਾਂ ਸਾਨੂੰ ਦੱਸਦਾ ਹੈ ਕਿ ਨਿਮਰਤਾ ਆਪਸ ਵਿੱਚ ਲਾਈਏ, ਨਿਮਰਤਾ ਦੇ ਨਾਲ ਅਸੀਂ ਇੱਕ ਦੂਸਰੇ ਨਾਲ ਵਰਤਾਅ ਕਰੀਏ, ਸਾਂਝੀਵਾਲਤਾ ਜਿਹੜਾ ਮੈਸੇਜ ਹੈ ਉਸ ਨੂੰ ਅੱਗੇ ਫੈਲਾਈਏ। ਪਰ ਕੀ ਉਸ ਵਿੱਚ ਅਸੀਂ ਕਾਮਯਾਬ ਹੋ ਰਹੇ ਹਾਂ? ਜੇ ਨਹੀਂ ਹੋ ਰਹੇ ਤਾਂ ਹੁਣ ਕੀ ਕਰਨ ਦੀ ਲੋੜ ਹੈ? ਕਿਸ ਤਰੀਕੇ ਨਾਲ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ, ਜਿੱਥੇ ਅਸੀਂ ਗੁਰੂ ਤਾਂ ਮੰਨਦੇ ਹਾਂ, ਸਿਰਫ ਨਮਸਤਕ ਹੋਨੇ ਹਾਂ, ਕਿਵੇਂ ਉਸ ਸਿਧਾਂਤ ਨੂੰ ਆਪਣੇ ਜੀਵਨ ਤੇ ਲਾਗੂ ਕਰੀਏ? ਆਓ ਭਾਈ ਸਾਹਿਬ ਜੀ ਤੋਂ ਉਸ ਦੇ ਵਿਚਾਰ ਸਰਵਣ ਕਰਦੇ ਹਾਂ। ਜੀ ਭਾਈ ਸਾਹਿਬ। ਵੀਰ ਜੀ ਹਰਪ੍ਰੀਤ ਸਿੰਘ ਜੀ, ਆਪ ਜੀ ਨੇ ਬਹੁਤ ਵਧੀਆ ਇੱਕ ਬਚਨ ਕੀਤਾ ਕਿ ਸਾਡੇ ਵਿੱਚ ਜਿੰਨਾ ਚਿਰ ਨਿਮਰਤਾ ਨਹੀਂ ਉਹਨਾਂ ਚਿਰ ਸਾਡੇ ਜੀਵਨ ਦੇ ਵਿੱਚ ਗੁਰੂ ਸਿਧਾਂਤ ਲਾਗੂ ਨਹੀਂ। ਜੀ। ਅਸੀਂ ਕਿਵੇਂ ਗੁਰੂ ਦਾ ਸਿਧਾਂਤ ਆਪਣੇ ਜੀਵਨ ਦੇ ਵਿੱਚ ਜੀ ਸਕਦੇ ਹਾਂ? ਠੀਕ। ਜਿੰਨਾ ਚਿਰ ਅਸੀਂ ਗੁਰੂ ਦਾ ਸਿਧਾਂਤ ਜੀਵਾਂਗੇ ਨਾ, ਤੇ ਸੱਚ ਇਹੀ ਹੈ ਕਿ ਜਿੰਨਾ ਚਿਰ ਅਸੀਂ ਨਿਮਰਤਾ ਵਿੱਚ ਨਹੀਂ ਜੀ, ਉਹਨਾਂ ਚਿਰ ਸਾਡੇ ਕੌਮੀ ਏਕਤਾ ਵੀ ਨਹੀਂ, ਤੇ ਜਿੰਨਾ ਚਿਰ ਸਾਡੀ ਕੌਮੀ ਏਕਤਾ ਨਹੀਂ ਜੀ, ਉਹਨਾਂ ਚਿਰ ਸਾਡੀ ਸ਼ੋਭਾ ਵੀ ਨਹੀਂ। ਠੀਕ। ਜਿੰਨਾ ਮਰਜ਼ੀ ਅਸੀਂ ਯਤਨ ਕਰਦੇ ਰਹੀਏ। ਹੁਣ ਵੇਖੋ ਕਿੰਨੀ ਸ਼ੋਭਾ ਹੈ ਕੱਪੜੇ ਦੀ, ਜਦੋਂ ਕੋਈ ਕੱਪੜਾ ਪਾ ਲੈਂਦਾ ਜੀ ਤੇ ਉਹਦੀ ਸ਼ੋਭਾ ਬਣਾ ਦਿੰਦਾ। ਬਿਲਕੁਲ। ਪਰ ਇਹਦੇ ਪਿਛੋਕੜ ਭਾਈ ਗੁਰਦਾਸ ਸਾਹਿਬ ਕਹਿੰਦੇ ਨੇ, ਜੇ ਇਹਦੀ ਅੱਜ ਇੰਨੀ ਸ਼ੋਭਾ ਤੇ ਤੇਰੀ ਇਹਨੇ ਸ਼ੋਭਾ ਬਣਾਈ ਹੈ, ਤੈਨੂੰ ਗਰਮੀ ਸਰਦੀ ਤੋਂ ਬਚਾਉਂਦਾ ਜੀ, ਇਹਦੀ ਨਿਮਰਤਾ ਵੱਲ ਝਾਤੀ ਮਾਰ ਕੇ ਵੇਖ ਵੀ ਕਿੰਨਾ ਨਿਮਰਤਾ ਵਾਲਾ ਜੀ। ਤੇ ਜੇ ਭਾਈ ਗੁਰਦਾਸ ਸਾਹਿਬ ਕਹਿੰਦੇ ਨੇ, ਸਿੱਖਾ ਉਹ ਨਿਮਰਤਾ ਜਿਹੜੀ ਇਹਦੇ ਵਿੱਚ ਤੂੰ ਧਾਰਨ ਕਰ ਲੈ, ਬਰਦਾਸ਼ਤ ਕਰਨ ਵਾਲੀ ਤਾਕਤ ਤੇਰੇ ਅੰਦਰ ਆ ਜਾਏ ਜੀ, ਤੇ ਤੇਰੀ ਵੀ ਸ਼ੋਭਾ ਜਿਹੜੀ ਆਪਣੇ ਆਪ ਕੇਵਲ ਤੇਰੀ ਨਹੀਂ, ਕੌਮੀ ਤੌਰ ਤੇ ਬਣੇਗੀ ਸਾਡੀ ਸ਼ੋਭਾ। ਭਾਈ ਗੁਰਦਾਸ ਜੀ ਦੇ ਬਚਨ ਨੇ, ਆਪ ਜੀ ਕਹਿੰਦੇ ਨੇ, ਹੋਏ ਵਡੇਵਾ ਜੱਗ ਵਿੱਚ, ਬੀਜੇ ਤਨ ਖੇਹ ਨਾਲ ਰਲਾਇਆ, ਬੂਟੀ ਹੋਏ ਕਪਾਹ ਦੀ, ਟੀਂਡੇ ਹਾਸਾ ਆਪ ਖਿੜਾਇਆ, ਦੋਹੇ ਮਿਲ ਵੇਲਣ ਵੇਲਿਆ, ਲੂ ਲੂ ਕਰ ਤੁੰਬ ਤੁੰਬਾਇਆ, ਕੈਂਚੀ ਕੱਟਣ ਕੱਟਿਆ, ਤਨ ਉਣ ਖੁੰਬ ਚੜਾਏ ਕਹਿ, ਦੇਂਦੇ ਦੁੱਖ ਧਵਾਏ ਰੰਗਾਇਆ, ਕੈਂਚੀ ਕੱਟਣ ਕੱਟਿਆ, ਸੂਈ ਧਾਗੇ ਜੋੜ ਸਵਾਇਆ, ਲੱਜਣ ਕੱਜਣ ਹੋਏ ਕਜਾਇਆ। ਭਾਈ ਗੁਰਦਾਸ ਸਾਹਿਬ ਕਹਿੰਦੇ ਨੇ, ਵੇਖੋ ਜਿਹਦੀ ਸ਼ੋਭਾ ਬੰਨੀ ਸੀ, ਉਹਨੇ ਕਿਸੇ ਨੂੰ ਖੇ ਮਿੱਟੀ ਘੱਟੇ ਤੋਂ ਬਚਾਉਣਾ ਸੀ, ਤੇ ਆਪ ਵਡੇਵੇਂ ਦੀ ਸ਼ਕਲ ਦੇ ਵਿੱਚ ਜਦੋਂ ਕਪਾਹ ਬੀਜੀ ਦੀ ਹੈ ਤੇ ਉਸ ਵਕਤ ਵਡੇਵਿਆਂ ਨੂੰ ਉਸ ਵਕਤ ਸਵਾਹ ਦੇ ਵਿੱਚ ਮਿਲਾਇਆ ਜਾਂਦਾ, ਆਪ ਉਹ ਮਿੱਟੀ ਘੱਟੇ ਦੇ ਵਿੱਚ ਰਲਣਾ ਪ੍ਰਵਾਨ ਕਰ ਲਿਆ। ਪਰ ਅੱਜ ਸਾਡੇ ਵਿੱਚ ਏਕਤਾ ਕਿਉਂ ਨਹੀਂ ਬਣਦੀ? ਏਕਤਾ ਅਸੀਂ ਦੂਜੇ ਦੇ ਵਾਸਤੇ ਕੁਝ ਕੀ ਕਰਨਾ, ਅਸੀਂ ਦੂਜੇ ਵਾਸਤੇ ਦੂਜੇ ਨੂੰ ਮਿੱਟੀ ਘੱਟੇ 'ਚ ਰਲਾਣ ਤੁਰੇ ਪਏ ਅੱਜ। ਠੀਕ। ਯਤਨ ਇਹ ਵੇ ਵੀ ਮੇਰੀ ਇੱਜ਼ਤ ਰਹਿ ਜਾਏ, ਦੂਜੇ ਦੀ ਭਾਵੇਂ ਰਵੇ ਨਾ ਰਵੇ। ਪਰ ਭਾਈ ਗੁਰਦਾਸ ਸਾਹਿਬ ਨੇ ਜਿਹੜੀ ਕੁਦਰਤ ਵਿੱਚੋਂ ਸਾਨੂੰ ਉਦਾਹਰਨਾਂ ਦੇ ਕੇ ਸ਼ੋਭਾ ਦੀ ਗੱਲ ਕੀਤੀ, ਕਹਿੰਦੇ ਨੇ ਕੱਪੜੇ 'ਚ ਇੰਨੀ ਨਿਮਰਤਾ ਹੈ ਕਿ ਇਹਨੇ ਕਿਸੇ ਨੂੰ ਮਿੱਟੀ ਘੱਟੇ ਤੋਂ ਬਚਾਉਣ ਵਾਸਤੇ ਨਿਮਰਤਾ ਦਾ ਪੱਲੂ ਪਕੜਿਆ ਵੀ ਇਹ ਆਪ ਖੁਦ ਮਿੱਟੀ ਘੱਟੇ 'ਚ ਰਲ ਗਿਆ। ਠੀਕ। ਪਰ ਜਿਹੜਾ ਇੰਨੀ ਨਿਮਰਤਾ ਵਾਲਾ ਸੀ, ਉਹਦੀ ਸ਼ੋਭਾ ਸਦਾ ਰਹਿਣੀ ਸੀ। ਜਦੋਂ ਉਹਨੂੰ ਬੀਜਿਆ ਗਿਆ, ਬੂਟੀ ਦੀ ਰੂਪ ਦੇ ਵਿੱਚੋਂ ਬਾਹਰ ਨਿਕਲਿਆ, ਜਿਸ ਵਕਤ ਟਿੰਡੇ ਪੈ ਕਪਾਹ ਨਿਕਲ ਤੇ ਕਪਾਹ ਖਿੜੀ ਤੇ ਮਾਈਆਂ ਗਈਆਂ ਉਹਨੂੰ ਚੁਗ ਲਿਆ, ਤੇ ਕਹਿੰਦੇ ਨੇ ਫਿਰ ਉਸ ਵਕਤ ਇਹਨੂੰ ਜਦੋਂ ਵਡੇਵੇਂ ਵੱਖ ਕੀਤੇ ਗਏ, ਰੂੰ ਵੱਖਰਾ ਕੀਤਾ ਗਿਆ, ਤੇ ਕਹਿੰਦੇ ਨੇ ਪੂਣੀਆਂ ਕੱਤੀਆਂ ਗਈਆਂ, ਤੇ ਪੂਣੀਆਂ ਦੇ ਨਾਲ ਚਰਖੜੇ ਦੇ ਉੱਤੇ ਧਾਗਾ ਬਣਾਇਆ ਗਿਆ, ਤੇ ਧਾਗੇ ਨੂੰ ਉਸ ਵਕਤ ਫਿਰ ਇਹਨੂੰ ਬੁਣਿਆ ਗਿਆ, ਫਿਰ ਇਹਨੂੰ ਉਬਲਦੇ ਪਾਣੀ ਵਿੱਚ ਸੁੱਟਿਆ, ਇਹਦੇ ਤੇ ਰੰਗ ਚਾੜਿਆ, ਫਿਰ ਇਹਦੇ ਉੱਤੇ ਕੈਂਚੀ ਦੀ ਮਾਰ ਚੱਲੀ, ਸੂਈ ਧਾਗੇ ਦੀਆਂ ਇਹਨੇ ਮਾਰਾਂ ਚੱਲੀਆਂ, ਇੰਨੀ ਨਿਮਰਤਾ ਵਾਲਾ ਫਿਰ ਇਹ ਜਾ ਕੇ ਸ਼ੋਭਨੀਕ ਹੋ ਗਿਆ।
ਤੇ ਜੇ ਸਾਡੇ ਅੰਦਰ ਦੂਜੇ ਨੂੰ ਬਰਦਾਸ਼ਤ ਕਰਨ ਦੀ ਜੀ। ਸੋਚ ਹੋਵੇ ਤੇ ਆਪਣੇ ਆਪ ਹੀ ਸ਼ੋਭਾ ਬਣੇਗੀ। ਸਾਡੇ ਗੁਰੂ ਪੀਰਾਂ ਨੇ ਤੇ ਸਾਨੂੰ ਇਹ ਜੀਵਨ ਦਿੱਤਾ ਹੈ। ਬਿਲਕੁਲ। ਵੇਖੋ ਜਦੋਂ ਸਾਧਕ ਸਨ ਗੁਰੂ ਅਮਰਦਾਸ ਪਾਤਸ਼ਾਹ, ਉਹਨਾਂ ਨੇ ਖਡੂਰ ਦੀ ਧਰਤੀ ਤੇ ਤਪੇ ਦੇ ਹੱਡ ਤੜਵਾ ਦਿੱਤੇ ਸਨ, ਜਿਹਨੇ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਨੂੰ ਉਸ ਥਾਂ ਤੋਂ ਕਢਵਾਇਆ ਸੀ। ਜੀ। ਤੇ ਮਹਾਰਾਜ ਗੁਰੂ ਅੰਗਦ ਦੇਵ ਪਾਤਸ਼ਾਹ ਨੇ ਗੱਲ ਕਹੀ ਸੀ ਵੀ ਤੂੰ ਉਹਦੇ ਹੱਡ ਕਿਉਂ ਤੜਵਾਏ। ਠੀਕ। ਪਰ ਇੱਕ ਸਮਾਂ ਆਇਆ ਕਿ ਜਦੋਂ ਗੁਰੂ ਅੰਗਦ ਦੇਵ ਦੀ ਮਿਹਰ ਦੇ ਪਾਤਰ ਹੋ ਗੁਰਤਾ ਗੱਦੀ ਤੇ ਬੈਠੇ, ਜੀ। ਗੁਰੂ ਅੰਗਦ ਦੇ ਪਾਤਸ਼ਾਹ ਦੇ ਪੁੱਤਰ ਬਾਬਾ ਦਾਤੂ ਜੀ ਨੇ ਆ ਕੇ ਉਹਨਾਂ ਨੂੰ ਲੱਤ ਮਾਰੀ ਸੀ, ਪਰ ਲੱਤ ਦਾ ਜਵਾਬ ਉਹ ਚੰਗੀ ਤਰ੍ਹਾਂ ਦੇ ਸਕਦੇ ਸਨ, ਪਰ ਇੰਨੀ ਨਿਮਰਤਾ ਸੀ ਕਿ ਉਹਨਾਂ ਦੇ ਚਰਨ ਘੁੱਟ ਕੇ ਉਹਨਾਂ ਨੇ ਆਖਿਆ ਸੀ ਤੁਹਾਡੇ ਚਰਨਾਂ ਨੂੰ ਕੋਈ ਚੋਟ ਤੇ ਨਹੀਂ ਪਹੁੰਚੀ ਹੈ। ਬਿਲਕੁਲ ਬਿਲਕੁਲ। ਉਥੋਂ ਸਿੱਖੀ ਅੱਗੇ ਤੁਰਦੀ ਪਈ ਹੈ। ਠੀਕ। ਕਿਸੇ ਵਕਤ ਉਹਨਾਂ ਹੱਡ ਤੜਵਾਏ, ਕਿਸੇ ਵਕਤ ਆਪਣੇ ਬੁੱਢੜੇ ਹੱਡਾਂ ਦੇ ਉੱਤੇ ਉਹਨਾਂ ਦੇ ਲੱਤ ਪਈ ਤੇ ਉਹਨਾਂ ਨੇ ਚਰਨ ਘੁੱਟੇ। ਅਸਲ ਵਿੱਚ ਨਿਮਰਤਾ ਦੇ ਵਿੱਚ ਹੀ ਜੇ ਭਰਾ ਨੂੰ ਬਰਦਾਸ਼ਤ ਕਰ ਜਾਵੇ ਜੀ। ਤੇ ਉਹਦੇ ਵਿੱਚ ਹੀ ਸਾਡੀ ਕੌਮ ਦਾ ਭਲਾ ਹੈ, ਤੇ ਜੇ ਭਰਾ ਨੂੰ ਬਰਦਾਸ਼ਤ ਨਾ ਕਰੇ ਉਹਦੇ ਵਿੱਚ ਹੀ ਸਾਡੀ ਇੱਕ ਏਕਤਾ ਨਹੀਂ ਅਨੇਕਤਾ ਬਣਦੀ ਪਈ, ਅਸੀਂ ਦੂਰ ਹੁੰਦੇ ਪਏ। ਉਸ ਤੋਂ ਇਲਾਵਾ ਸਤ, ਸੰਤੋਖ, ਸੰਜਮ ਦਾ ਜਿਹੜਾ ਕਨਸੈਪਟ ਸੀ ਇਹ ਵੀ ਗੁਰੂ ਸਾਹਿਬ ਨੇ ਲਿਆਂਦਾ। ਜਦੋਂ ਗੁਰੂ ਨਾਨਕ ਸਾਹਿਬ ਨੂੰ ਕਿਹਾ ਗਿਆ ਕਿ ਤੁਸੀਂ ਪਾਓ ਜਨੇਊ, ਤਾਂ ਉਹਨਾਂ ਨੇ ਕਿਹਾ ਸੀ ਹਾਂ ਮੈਨੂੰ ਪਵਾ ਦਿਓ ਉਹ ਜਨੇਊ ਜਿਸ ਦੇ ਵਿੱਚ ਕਿ ਇਹ ਸਾਰੀਆਂ ਚੀਜ਼ਾਂ ਹੋਣ। ਹਾਂਜੀ। ਪਰ ਅੱਜ ਅਗੇਨ ਉਸ ਪਾਸੇ ਵੀ ਇੱਕ ਤਾਂ ਹੁੰਦਾ ਪਰਿਵਾਰਕ ਤੌਰ ਦੇ ਉੱਤੇ ਵੀ ਜਿਹੜਾ ਵਖੇੜਾ ਹੈ ਸਾਡਾ ਵੱਧ ਗਿਆ, ਸਾਡੀ ਹਉਮੈ ਜਿਹੜੀ ਹੈਗੀ ਹੈ ਉਹ ਬਹੁਤ ਜ਼ਿਆਦਾ ਹੋ ਗਈ, ਤੇ ਇਹ ਚੀਜ਼ ਸਾਡੇ ਦਿਮਾਗ 'ਚ ਆ ਗਈ ਕਿ ਮਤ ਉੱਚੀ ਵਾਲੀ ਜਿਹੜੀ ਗੁਰੂ ਸਾਹਿਬ ਜਦੋਂ ਅਸੀਂ ਅਰਦਾਸ ਕਰ ਰਹੇ ਹਾਂ, ਮਤ ਉੱਚੀ ਵਾਲੀ ਇਸ ਗੱਲ ਤਾਂ ਕਿਤੇ ਹੋਰ ਨੂੰ ਚਲੀ ਗਈ। ਤਾਂ ਇਹ ਜਿਹੜਾ ਕਨਸੈਪਟ ਸੀ ਸਤ ਸੰਤੋਖ ਦਾ, ਇਹ ਕਿੱਥੇ ਨੂੰ ਚਲੇ ਗਿਆ ਤੇ ਇਹਦੀ ਕਿੰਨੀ ਅਹਿਮੀਅਤ ਸਮਝਦੇ ਹੋ? ਦੇਖੋ ਜੀ, ਸਤਿਗੁਰੂ ਨੇ ਜਦੋਂ ਸਤ ਸੰਤੋਖ ਦੀ ਗੱਲ ਕੀਤੀ, ਬੇਸ਼ੱਕ ਉਹਨਾਂ ਨੇ ਜਦੋਂ ਜਨੇਊ ਦੀ ਗੱਲ ਆਈ ਜੀ, ਤੇ ਜਨੇਊ ਦੇ ਵਕਤ ਵੀ ਉਹਨਾਂ ਨੇ ਉਪਦੇਸ਼ ਕੀਤਾ ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸਤਵਟ ਇਹ ਜਨੇਊ ਜੀ ਕਾ ਹੈ ਤਾਂ ਪਾਂਡੇ ਕਤ। ਅਸਲ ਵਿੱਚ ਉਹਨਾਂ ਦੇ ਕਹਿਣ ਦਾ ਮਤਲਬ ਇਹ ਸੀ ਵੀ ਜਿਹੜੇ ਧਰਮ ਦੇ ਵਿੱਚ ਗੁਣ ਹੀ ਨਹੀਂ, ਜੀ, ਮੈਂ ਉਸ ਧਰਮ ਨੂੰ ਕਿਵੇਂ ਅਪਣਾਵਾਂ। ਵੀ ਜੇ ਤੂੰ ਕੱਲਾ ਧਾਗਾ ਪਾ ਕੇ ਆਖਾਂ ਵੀ ਗੁਣਾ ਤੋਂ ਬਿਨਾ ਪਰਮਾਤਮਾ ਦੇ ਘਰ ਪ੍ਰਵਾਨ ਹੋ ਜਾਈਦਾ। ਜੀ। ਭਾਈ ਗੁਰਦਾਸ ਸਾਹਿਬ ਨੇ ਇਸ ਖਿਆਲ ਦਾ ਇਸ ਤਰ੍ਹਾਂ ਜ਼ਿਕਰ ਕੀਤਾ। ਆਪ ਜੀ ਕਹਿੰਦੇ ਨੇ ਜਿਉਂ ਘੁਣ ਖਾਦੀ ਲੱਕੜੀ ਬਿਨ ਤਾਣ ਨਿਤਾਣੀ, ਜਿਉਂ ਧੂਵਰ ਚੜਵਾਲ ਦੀ ਕਿਉਂ ਵਰਸੈ ਪਾਣੀ, ਜਿਉਂ ਚਮ ਚੱਟੈ ਗਾਇ ਮਹਿ ਤਿਸ ਭਰਮ ਭੁਲਾਣੀ, ਝਾਕੈ ਅੰਦਰ ਝਾਕਵਾਲ ਤਿਸ ਕਿਆ ਨਿਸ਼ਾਨੀ। ਆਪ ਜੀ ਕਹਿੰਦੇ ਨੇ ਜਿਸ ਚੀਜ਼ ਦੇ ਵਿੱਚ ਉਹਦਾ ਗੁਣ ਧਰਮ ਨਹੀਂ ਹੁੰਦਾ ਉਸ ਚੀਜ਼ ਦੀ ਕੋਈ ਕਦਰ ਨਹੀਂ। ਰਾਈਟ। ਹੁਣ ਵੇਖੋ ਆਪ ਜੀ ਕਹਿੰਦੇ ਨੇ ਵੀ ਲੱਕੜ ਦੇ ਘੁਣ ਖਾਦਾ ਅੰਦਰੋਂ ਹੋਵੇ, ਅੰਦਰੋਂ ਮਾਰੀ ਹੋਵੇ ਘੁਣ ਦੀ, ਤੇ ਉਹਨੂੰ ਕੋਈ ਚੁੱਕ ਕੇ ਲਿਆਵੇ ਤੇ ਉਹ ਅੰਦਰੋਂ ਤੇ ਕੇਵਲ ਮਿੱਟੀ ਹੋਈ ਹੈ ਨਾ, ਉਹਨੇ ਕਦਰ ਕੀ ਪਾਣੀ। ਕਹਿੰਦੇ ਨੇ ਝਾੜੀਆਂ ਨੂੰ ਅੱਗ ਲੱਗ ਗਈ, ਧੂੰ ਨਿਕਲਿਆ, ਆਕਾਸ਼ ਤੇ ਛਾ ਗਿਆ, ਇੰਜ ਲੱਗਿਆ ਵੀ ਜਿਵੇਂ ਬੱਦਲ ਹੈ, ਤੇ ਉਸ ਬੱਦਲ ਦੇ ਕੋਈ ਸ਼ੋਭਾ ਤੇ ਨਾ ਪਾ ਲੈਣੀ, ਧੂੰ ਦਾ ਬੱਦਲ ਹੈ, ਵਿਖਾਲਾ ਹੈ। ਭਾਈ ਗੁਰਦਾਸ ਸਾਹਿਬ ਇਸੇ ਤਰ੍ਹਾਂ ਕਹਿੰਦੇ ਨੇ ਜਿਵੇਂ ਗਾਂ ਮੱਝ ਦਾ ਵੱਛਾ ਕੱਟਾ ਮਰ ਜਾਏ ਤੇ ਉਹਦੀ ਖਲ ਦੇ ਵਿੱਚ ਤੂੜੀ ਭਰ ਕੇ ਇੱਕ ਵਿਖਾਲਾ ਬਣਾ ਕੇ ਗਾਂ ਮੱਝ ਦੇ ਅੱਗੇ ਸੁੱਟਿਆ ਜਾਂਦਾ, ਕੋਈ ਉਸ ਵਿਖਾਲੇ ਨੇ ਉੱਠ ਕੇ ਗਾਂ ਮੱਝ ਦੀ ਮਮਤਾ ਨੂੰ ਭਾਗ ਤੇ ਨਾ ਲਾਣਾ। ਇਸੇ ਤਰ੍ਹਾਂ ਹੀ ਜਦੋਂ ਇੱਕ ਕੇਵਲ ਧਰਮ ਦਾ ਵਿਖਾਲਾ ਹੋਵੇ, ਇੱਕ ਜਨੇਊ ਹੀ ਪਾਇਆ ਜਾਣਾ ਤੇ ਅੰਦਰ ਦਇਆ ਧਰਮ ਸੰਤੋਖ ਹੈ ਹੀ ਨਹੀਂ, ਤੇ ਫਿਰ ਮਹਾਰਾਜ ਇਹ ਗੱਲ ਕਹਿੰਦੇ ਨੇ ਫਿਰ ਉਸ ਜਨੇਊ ਦਾ ਕੀ ਲਾਭ। ਇਸ ਕਰਕੇ ਮੈਨੂੰ ਗੁਣ ਦੇ। ਅੱਜ ਆਪਾਂ ਵੇਖੀਏ ਅਸੀਂ ਗੁਣਾਂ ਤੋਂ ਸਖਣੇ ਹੁੰਦੇ ਜਾਂਦੇ ਪਏ ਹਾਂ। ਜੋ ਗੁਰੂ ਨਾਨਕ ਪਾਤਸ਼ਾਹ ਨੇ ਸਾਡੇ ਵਿੱਚ ਗੁਣ ਪੈਦਾ ਕੀਤੇ ਸਨ ਉਹ ਗੁਣ ਜੇ ਵਸਾ ਲਈਏ ਤੇ ਅਸੀਂ ਫਿਰ ਉਹੀ ਮਹਾਰਾਜ ਸੱਚੇ ਪਾਤਸ਼ਾਹ ਦੇ ਅੰਮ੍ਰਿਤ ਬਚਨਾਂ ਨਾਲ ਜੁੜ ਜਾਾਂਗੇ ਵੀ ਏਕ ਪਿਤਾ ਕਿਸ ਕੇ ਹਮ ਬਾਰਕ, ਸਾਡੇ ਇੱਕ ਦੂਜੇ ਤੇ ਕੋਈ ਉਲਾਮੇ ਗਿਲੇ ਸ਼ਿਕਵੇ ਨਹੀਂ ਰਹਿਣਗੇ, ਅਸੀਂ ਇਕੱਠੇ ਹੋ ਕੇ ਬਹਿ ਸਕਾਂਗੇ। ਬਿਲਕੁਲ ਸਹੀ ਫਰਮਾਇਆ, ਕਿਉਂਕਿ ਸਿਧਾਂਤ ਤਾਂ ਉਹੀ ਹੈ, ਬਾਣੀ 'ਚ ਤਾਂ ਕੋਈ ਤਬਦੀਲੀ ਆਈ ਨਹੀਂ, ਬਾਣੀ ਤਾਂ ਉਹੀ ਹੈ, ਲੇਕਿਨ ਸਾਡੀ ਸੋਚ ਵਿੱਚ ਜਿਹੜਾ ਪਰਿਵਰਤਨ ਆ ਗਿਆ ਅਤੇ ਉਸ ਕਾਰਨ ਹੀ ਅੱਜ ਸਮੱਸਿਆਵਾਂ ਘਰਾਂ ਤੋਂ ਲੈ ਕੇ ਪੰਥਕ ਹਲਕਿਆਂ ਦੇ ਵਿੱਚ ਵੇਖਣ ਨੂੰ ਮਿਲ ਰਹੀਆਂ ਹੈਗੀਆਂ ਨੇ। ਹੁਣ ਖਾਸ ਤੌਰ ਦੇ ਉੱਤੇ ਨੌਜਵਾਨ ਦੀ ਮੈਂ ਚਾਹਾਂਗਾ ਕਿ ਤੁਹਾਡੇ ਨਾਲ ਸਾਂਝ ਪਾਈ ਜਾਏ ਕਿ ਨੌਜਵਾਨ ਪੀੜ੍ਹੀ ਜਿਹੜੀ ਹੈਗੀ ਹੈ ਉਸ ਨੂੰ ਅਸੀਂ ਸ਼ਾਇਦ ਸਹੀ ਤਰੀਕੇ ਨਾਲ ਦੱਸ ਨਹੀਂ ਸਕ ਰਹੇ ਕਿ ਅਸਲ ਵਿੱਚ ਧਰਮ ਦਾ ਮਕਸਦ ਕੀ ਹੈ, ਧਰਮ ਦਾ ਮਤਲਬ ਕੀ ਹੈਗਾ ਹੈ। ਉਸ ਪਾਸੇ ਤੁਸੀਂ ਕੀ ਸਮਝਦੇ ਹੋ ਕਿ ਕੀ ਕੀਤਾ ਜਾਣਾ ਚਾਹੀਦਾ ਜਿਹਦੇ ਨਾਲ ਕਿ ਨੌਜਵਾਨਾਂ ਨੂੰ ਅਸੀਂ ਆਪਣੇ ਜਿੱਥੇ ਇਤਿਹਾਸ ਬਾਰੇ ਅਸੀਂ ਬੜਾ ਗਰਵ ਮਹਿਸੂਸ ਕਰਨੇ ਗੱਲਾਂ ਕਰਦੇ ਹਾਂ, ਪਰ ਸਾਡੀ ਜਦੋਂ ਕਥਨੀ ਤੇ ਕਰਨੀ 'ਚ ਅੰਤਰ ਬੱਚੇ ਵੇਖਦੇ ਨੇ ਤਾਂ ਉਹ ਰਿਵੋਲਟ ਕਰਦੇ ਨੇ, ਉਹ ਫਿਰ ਨਾਲ ਨਹੀਂ ਜੁੜਦੇ। ਗੁਰਦੁਆਰੇ ਜਿਹੜੇ ਰਹਿ ਗਏ ਸਿਰਫ ਐਤਵਾਰ ਵਾਸਤੇ ਜਾਂ ਵੀਕਐਂਡ ਦੇ ਦੌਰਾਨ ਜਾ ਕੇ ਉੱਥੇ ਕੁਝ ਦੇਰ ਲਈ ਬੈਠੇ, ਕੋਈ ਫੰਕਸ਼ਨ ਹੋਇਆ, ਉਹ ਵੀ ਧਿਆਨ ਇਹੀ ਹੁੰਦਾ ਕਿ ਲੰਗਰ ਵਿੱਚ ਕੀ ਬਣਿਆ, ਜਾਂ ਜਿਹੜੇ ਪਰਿਵਾਰ ਵਾਲੇ ਨੇ ਉਹਨਾਂ ਦਾ ਜ਼ਿਆਦਾ ਧਿਆਨ ਇਹ ਹੈਗਾ ਕਿ ਉੱਥੇ ਕੀ ਹੋ ਰਿਹਾ ਹੈ, ਉਹ ਸਿਚੁਏਸ਼ਨ ਜਿਹੜੀ ਉਹਨੂੰ ਸਹੀ ਤਰੀਕੇ ਨਾਲ ਲੋਕਾਂ ਦੀ ਸੇਵਾ ਕੀਤੀ ਜਾਏ। ਪਰ ਗੁਰੂ ਦਾ ਜਿਹੜਾ ਸਿਧਾਂਤ ਹੈ, ਗੁਰੂ ਦਾ ਜਿਹੜਾ ਬੋਲ ਹੈ, ਉਹ ਸਾਡੇ ਤੱਕ ਪਹੁੰਚ ਨਹੀਂ ਸਕ ਰਿਹਾ। ਉਹਦੇ ਵਾਸਤੇ ਕੀ ਕੀਤਾ ਜਾਏ? ਇਸ ਦੇ ਪਿਛੋਕੜ ਜੀ ਬਿਲਕੁਲ ਠੀਕ ਹੈ। ਜਿਹੜਾ ਸਾਡਾ ਇੱਕ ਗੁਰਦੁਆਰਿਆਂ ਦੇ ਵਿੱਚ ਲੜਾਈ ਝਗੜਿਆਂ ਵਾਲਾ ਜੀ, ਜਿੱਧਰ ਤੁਸੀਂ ਇਸ਼ਾਰਾ ਕੀਤਾ ਵੀ ਜੋ ਅਸੀਂ ਜੀਵਨ ਜੀਨੇ ਪਏ ਉਹ ਬੱਚਿਆਂ ਦੇ ਉੱਤੇ ਅਸਰ ਪੈਂਦਾ ਪਿਆ ਜੀ। ਅੱਜ ਬਾਹਰ ਦੇ ਦੇਸ਼ਾਂ 'ਚ ਅਸਲੀਅਤ ਇਹ ਹੀ ਹੈ ਕਿ ਜੇ ਨੌਜਵਾਨ ਬੱਚੇ ਬੱਚੀਆਂ ਗੁਰਦੁਆਰਿਆਂ ਦੇ ਵਿੱਚ ਘਟ ਜਾਂਦੇ ਨੇ,
ਉਹਦੇ ਵਿੱਚ ਸਾਡੇ ਆ ਜਿਹੜੇ ਕਲ ਕਲੇਸ਼ ਉਹ ਵੇਖਦੇ ਨੇ ਯੂਟਿਊਬਾਂ ਦੇ ਉੱਪਰ, ਉਹਦਾ ਕਾਰਨ ਇਹ ਵੀ ਹੈ। ਵੇਖੋ, ਜਦੋਂ ਅਸੀਂ ਆਪ ਗੁਰੂ ਨਾਲ ਨਹੀਂ ਜੁੜੇ, ਗੁਰੂ ਦਾ ਅਦਬ ਨਹੀਂ ਕਰਦੇ ਪਏ, ਇਹ ਕਦੀ ਵੀ ਅਸੀਂ ਸੋਚ ਹੀ ਨਹੀਂ ਸਕਦੇ ਕਿ ਅਸੀਂ ਬੱਚਿਆਂ ਨੂੰ ਗੁਰੂ ਦੇ ਨਾਲ ਜੋੜ ਜਾਵਾਂਗੇ। ਠੀਕ। ਜਿਹੜੇ ਮਾਂ ਪਿਓ ਆਪ ਖੁਦ ਜੁੜੇ ਹੋਣਗੇ, ਜਿਹੜੇ ਜ਼ਿੰਮੇਵਾਰ ਆਪ ਜੁੜੇ ਹੋਣਗੇ, ਜੀ, ਉਹ ਹੀ ਜੋੜ ਸਕਦੇ ਨੇ। ਵੇਖੋ, ਬੜੀ ਪਿਆਰੀ ਇੱਕ ਕਥਾ ਗੁਰੂ ਨਾਨਕ ਪਾਤਸ਼ਾਹ ਦੇ ਜੀਵਨ ਚੋਂ ਜੀ, ਕਹਿੰਦੇ ਨੇ ਵੀ ਭਾਈ ਮਰਦਾਨਾ ਜੀ ਆਰਾਮ ਕਰਦੇ ਸਨ ਤੇ ਬੜੇ ਪਿਆਰੇ ਢੰਗ ਨਾਲ ਉਹਨਾਂ ਲਿਖੀ, ਕਹਿੰਦੇ ਵੀ ਇੱਕ ਕੀੜੀ ਨੂੰ ਉਹਨਾਂ ਨੂੰ ਕੱਟ ਲਿਆ ਕਰੇ। ਉਹ ਉੱਠੇ, ਉਹਨਾਂ ਨੇ ਸਾਰੀਆਂ ਕੀੜੀਆਂ ਤੇ ਹੱਥ ਫੇਰਤਾ। ਬਾਬਾ ਜੀ ਹੱਸ ਕੇ ਆਖਣ ਲੱਗੇ, ਮਰਦਾਨਿਆ ਇੱਕ ਨੇ ਕੱਟਿਆ ਤੇ ਸਾਰੀਆਂ ਉੱਤੇ ਹੱਥ ਫੇਰਤਾ ਹੀ। ਆਖਣ ਲੱਗਾ, ਜੀ ਅਸਲ ਵਿੱਚ ਇਹ ਲੱਗੀਆਂ ਭੈੜੀ ਦੇ ਪਿੱਛੇ ਸਨ। ਠੀਕ ਹੈ। ਜਿਹਨੇ ਮੈਨੂੰ ਕੱਟਿਆ ਉਹ ਆਗੂ ਬਣੀ ਸੀ ਤੇ ਜਿਹੜੀਆਂ ਪਿੱਛੇ ਆਉਂਦੀਆਂ ਸਨ ਉਹਨਾਂ ਦਾ ਦੋਸ਼ ਹੀ ਸੀ। ਅਸਲ ਵਿੱਚ ਜਦੋਂ ਅਸੀਂ ਆਪ ਖੁਦ ਗੁਰੂ ਦਾ ਅਦਬ ਨਹੀਂ ਕਰਦੇ ਪਏ ਤੇ ਪਿੱਛੇ ਬੱਚਿਆਂ ਦਾ ਤੇ ਨੁਕਸਾਨ ਹੋਣਾ ਹੀ ਹੋਣਾ ਹੈ। ਤੇ ਜੇ ਅਸੀਂ ਖੁਦ ਗੁਰੂ ਦਾ ਅਦਬ ਕਰੀਏ, ਸਤਿਕਾਰ ਕਰੀਏ, ਗੁਰਦੁਆਰਿਆਂ ਨੂੰ ਗੁਰਦੁਆਰਾ ਸਮਝ ਕੇ, ਪਰ ਅੱਜ ਹੁੰਦਾ ਕਿ ਅਸੀਂ ਬੱਚਿਆਂ ਨੂੰ ਇਹ ਦੱਸਦੇ ਹਾਂ ਕਿ ਫਲਾਣੇ ਗੁਰਦੁਆਰੇ ਦੇ ਵਿੱਚ ਆਹ ਚੀਜ਼ ਬਣੀ, ਫਲਾਣੇ 'ਚ ਆਹ ਬਣੀ, ਉਹਨੂੰ ਕਦੀ ਨਾ ਅਸੀਂ ਗੁਰਦੁਆਰੇ ਬਹਿਣ ਦੀ ਜਾਚ ਸਿਖਾਈਏ, ਨਾ ਉਹਨੂੰ ਅਸੀਂ ਮਹਾਰਾਜ ਸੱਚੇ ਪਾਤਸ਼ਾਹ ਦਾ ਕੋਈ ਜੀਵਨ ਸੁਣਾਉਣ ਦਾ ਯਤਨ ਕੀਤਾ। ਦੇਖੋ, ਜ਼ਹਿਰ ਵਿੱਚ ਵੀ ਰੱਬ ਨੇ ਅੰਮ੍ਰਿਤ ਰੱਖਿਆ। ਇਤਿਹਾਸ ਵਿੱਚ ਮੈਂ ਪੜ੍ਹਿਆ ਹਿਟਲਰ ਦੇ ਜੀਵਨ 'ਚੋਂ, ਕਹਿੰਦੇ ਵੀ ਹਿਟਲਰ ਆਪਣੇ ਕਮਰੇ ਦੇ ਵਿੱਚ 2 ਫੋਟੋਆਂ ਰੱਖਦਾ ਸੀ, ਇੱਕ ਮਾਂ ਦੀ ਤੇ ਇੱਕ ਉਹ ਡਰਾਈਵਰ ਦੀ ਰੱਖਦਾ ਸੀ। ਕਿਸੇ ਨੇ ਪੁੱਛਿਆ ਵੀ ਡਰਾਈਵਰ ਦੀ ਤੇ ਮਾਂ ਦੀ ਫੋਟੋ ਦਾ ਕੀ ਸੁਮੇਲ ਹੈ? ਉਹਨੇ ਆਖਿਆ ਵੀ ਡਰਾਈਵਰ ਤੇ ਮਾਂ ਦੀ ਜ਼ਿੰਦਗੀ ਦਾ ਸੁਮੇਲ ਹੈ। ਡਰਾਈਵਰ ਚੰਗਾ ਹੋਵੇ ਤਾਂ ਮੰਜ਼ਿਲ ਤੇ ਲਾਂਦਾ ਹੈ, ਤੇ ਜੇ ਉਹ ਨਸ਼ੇੜੀ ਹੋਵੇ, ਸ਼ਰਾਬੀ ਕਬਾਬੀ ਹੋਵੇ ਤੇ ਰਾਹ 'ਚ ਸੁੱਟਦਾ ਹੈ। ਇਸੇ ਤਰ੍ਹਾਂ ਮਾਂ ਵੀ ਜਿਹੜੀ ਹੈ ਉਹ ਬੱਚੇ ਦੀ ਜ਼ਿੰਦਗੀ ਦੀ ਡਰਾਈਵ ਕਰਦੀ ਹੈ। ਜੇ ਉਹ ਗੁਰਮਤ ਦੇ ਸੁਭਾਅ ਵਾਲੀ ਹੋਵੇਗੀ, ਗੁਰੂ ਦੇ ਪਿਆਰ ਦੇ ਰੰਗ ਵਿੱਚ ਰੰਗੀ ਹੋਵੇਗੀ ਤੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਪ੍ਰਸਤ ਕਰ ਦੇਗੀ, ਉਹਦੇ ਅੰਦਰ ਸਿੱਖੀ ਪਿਆਰ ਪੈਦਾ ਕਰ ਦੇਗੀ। ਤੇ ਜੇ ਉਹ ਆਪ ਹੀ ਗੁਰੂ ਦੇ ਨਾਲ ਨਹੀਂ ਜੁੜੀ ਤੇ ਉਹ ਆਪ ਤੇ ਟੁੱਟੀ, ਫਿਰ ਬੱਚੇ ਨੂੰ ਕਿਵੇਂ ਜੋੜ ਜਾਏਗੀ? ਇਸ ਕਰਕੇ ਸਾਡੇ ਫਰਜ਼ ਬਣਦੇ ਨੇ ਮਾਂ ਪਿਓ ਦੇ, ਜਿਹੜੇ ਆਗੂ ਨੇ ਉਹਨਾਂ ਦੇ, ਵੀ ਖੁਦ ਅਸੀਂ ਗੁਰੂ ਦੇ ਨਾਲ ਜੁੜੇ ਸਾਰੀਏ। ਜੀ। ਸੋ ਹੁਣ ਸਵਾਲ ਇਹ ਆਉਂਦਾ ਹੈ ਕਿ ਇਹ ਸਮੱਸਿਆਵਾਂ ਤੋਂ ਅਸੀਂ ਜਾਣੂ ਹਾਂ, ਸਾਨੂੰ ਸਭ ਨੂੰ ਪਤਾ ਹੈ, ਇਹ ਬੜਾ ਸਿੰਪਲ ਵੇ ਆਫ ਲਾਈਫ ਸੀ ਜਿਹੜਾ ਗੁਰੂ ਗ੍ਰੰਥ ਸਾਹਿਬ ਵਿੱਚ ਸਾਨੂੰ ਇੱਕ ਵੇ ਆਫ ਲਾਈਫ ਮਿਲਿਆ ਕਿ ਅਸੀਂ ਇਸ ਨੂੰ ਜੀਵਨ 'ਚ ਆਧਾਰ ਬਣਾ ਕੇ ਆਪਣਾ ਜੀਵਨ ਵਧੀਆ ਬਣਾਉਣਾ ਹੈ। ਜਦੋਂ ਆਪਣਾ ਜੀਵਨ ਵਧੀਆ ਹੋਏਗਾ ਤਾਂ ਆਲੇ ਦੁਆਲੇ ਜੋ ਸਾਡਾ ਸਮਾਜ ਹੈ ਉਸ ਨੂੰ ਵੀ ਅਸੀਂ ਕੁਝ ਦੇਣ ਦੇ ਸਕਾਂਗੇ। ਅੱਜ ਪ੍ਰਚਾਰ ਤਾਂ ਬਹੁਤ ਹੋ ਰਿਹਾ, ਇਸ ਵਿੱਚ ਕੋਈ ਘਾਟ ਨਹੀਂ, ਤੁਸੀਂ ਵੀ ਦੇਖਦੇ ਹੋ। ਪਹਿਲੇ ਨਾਲੋਂ ਕਿਤੇ ਜ਼ਿਆਦਾ ਪ੍ਰਚਾਰ ਗੁਰਦੁਆਰਿਆਂ 'ਚ ਹੋ ਰਿਹਾ ਹੈ, ਆਪਣੇ ਟੀਵੀ ਸਟੇਸ਼ਨਸ 'ਤੇ ਹੋ ਰਿਹਾ ਹੈ, ਰੇਡੀਓਜ਼ 'ਤੇ ਹੋ ਰਿਹਾ, ਅਖਬਾਰਾਂ 'ਚ ਆ ਰਿਹਾ ਹੈ, ਪਰ ਇਸ ਦਾ ਅਸਰ ਜਿਹੜਾ ਉਹ ਨਜ਼ਰ ਨਹੀਂ ਆ ਰਿਹਾ। ਅਖੀਰ ਵਿੱਚ ਮੈਂ ਚਾਹਾਂਗਾ ਇਹ ਜ਼ਰੂਰ ਤੁਸੀਂ ਸਾਂਝ ਪਾਓ, ਤੁਸੀਂ ਵੀ ਜਾ ਕੇ ਇਸੀ ਫੀਲਡ ਨਾਲ ਜੁੜੇ ਹੋਏ ਹੋ, ਤੁਸੀਂ ਕੀ ਮਹਿਸੂਸ ਕਰਦੇ ਹੋ? ਕਿਹੜੀ ਕਮੀ ਹੈ ਤੁਹਾਡੇ ਵਿੱਚ, ਲੋਕਾਂ ਵਿੱਚ, ਜਾਂ ਸੰਸਥਾਵਾਂ ਵਿੱਚ, ਜਾਂ ਮੀਡੀਆ ਵਿੱਚ, ਜਿਹਦੇ ਕਾਰਨ ਜਿੰਨਾ ਇੰਪੈਕਟ ਪੈਣਾ ਚਾਹੀਦਾ ਸੀ ਉਹ ਨਹੀਂ ਪੈ ਰਿਹਾ? ਉਸ ਦਾ ਕਾਰਨ ਇਹ ਹੀ ਹੈ ਜੀ, ਹਜ਼ੂਰ ਦੇ ਘਰ ਦੇ ਬਚਨ ਨੇ ਵੀ ਆਪ ਸਵਾਰੈ ਮੈਂ ਮਿਲੈ, ਮੈਂ ਮਿਲਿਆ ਸੁਖ ਹੋਏ, ਫਰੀਦਾ ਜੇ ਤੂੰ ਮੇਰਾ ਹੋਏ ਰਹਿ, ਸਭ ਜਗ ਤੇਰਾ ਹੋਏ। ਜੀ। ਅਸਲ ਵਿੱਚ ਵੇਖੋ, ਜੇ ਖੁਦ ਸਵਰੇ ਹੋਏ ਅਸੀਂ ਹੋਵਾਂਗੇ, ਸਾਡਾ ਸਮੁੱਚਾ ਜਿੰਨਾ ਵੀ ਗੁਰੂ ਨਾਲ ਜੋੜਨ ਵਾਲਾ ਭਾਈਚਾਰਾ ਹੈ ਉਹ ਸਾਰਾ, ਭਾਵੇਂ ਪ੍ਰਬੰਧਕੀ ਢਾਂਚਾ ਹੈ, ਭਾਵੇਂ ਪ੍ਰਚਾਰਕ ਨੇ, ਭਾਵੇਂ ਸਾਧੂ ਸੰਤ ਨੇ, ਜਿੰਨੇ ਵੀ ਨੇ, ਜੇ ਅਸੀਂ ਖੁਦ ਅੰਦਰੋਂ ਗੁਰੂ ਦਾ ਭੈ ਲੈ ਕੇ ਚੱਲਾਂਗੇ ਤੇ ਇਹ 'ਚ ਕੋਈ ਸ਼ੱਕ ਨਹੀਂ ਵੀ ਅਸੀਂ ਗੁਰੂ ਦੇ ਨਾਲ ਜੋੜ ਸਕਾਂਗੇ। ਤੇ ਜੇ ਅਸੀਂ ਖੁਦ ਗੁਰੂ ਦੇ ਨਾਲ ਅੰਦਰੋਂ ਟੁੱਟੇ ਹੋਵਾਂਗੇ ਤੇ ਫਿਰ ਕੋਈ ਜਿੰਨੇ ਮਰਜ਼ੀ ਅਸੀਂ ਯਤਨ ਕਰ ਲਈਏ, ਅਸੀਂ ਕਿਸੇ ਟੁੱਟੇ ਨੂੰ ਗੁਰੂ ਦੇ ਨਾਲ ਕਦੀ ਵੀ ਜੋੜ ਨਹੀਂ ਸਕਾਂਗੇ। ਖੁਦ ਸਾਡਾ ਫਰਜ਼ ਬਣਦਾ ਵੀ ਅਸੀਂ ਖੁਦ ਗੁਰੂ ਦੇ ਨਾਲ ਜੁੜੀਏ। ਅੱਜ ਅਸੀਂ ਖੁਦ ਨਹੀਂ ਜੁੜਦੇ, ਇਹ ਕਮਜ਼ੋਰੀ ਸਾਡੀ। ਬਹੁਤ ਬਹੁਤ ਧੰਨਵਾਦ ਇਹ ਸਾਂਝ ਪਾਉਣ ਲਈ। ਬੜੇ ਸਪਸ਼ਟ ਤੌਰ ਤੇ ਜਿਹੜੀ ਤੁਸੀਂ ਗੱਲਬਾਤ ਕੀਤੀ, ਇਸ ਨਾਲ ਜੋ ਸਾਡੇ ਆਲੇ ਦੁਆਲੇ ਅੱਜ ਚੱਲ ਰਿਹਾ ਉਸ ਨੂੰ ਤੁਸੀਂ ਬਿਆਨ ਕੀਤਾ। ਆਸ ਕਰਦੇ ਹਾਂ ਕਿ ਅਸੀਂ ਇਸ ਨੂੰ ਸਮਝ ਸਕਾਂਗੇ ਤੇ ਆਪਣੇ ਜੀਵਨ ਵਿੱਚ ਗ੍ਰਹਿਣ ਕਰ ਸਕਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ, ਭਾਈ ਮਨਜੀਤ ਸਿੰਘ ਨੇ ਜਿਸ ਵਿਸ਼ੇ ਤੇ ਅੱਜ ਸਾਂਝ ਪਾਈ ਹੈ ਜੀ, ਇੱਕ ਚਿੰਤਾ ਦਾ ਵਿਸ਼ਾ ਹੈ। ਅਸੀਂ ਤੁਹਾਡੇ ਤੱਕ ਉਹੀ ਇਸ਼ੂਜ਼ ਲੈ ਕੇ ਆਉਂਦੇ ਹਾਂ ਜਿੱਥੇ ਕਿ ਸਾਨੂੰ ਇਤਿਹਾਸ ਤੇ ਮਾਣ ਹੋਣਾ ਚਾਹੀਦਾ ਹੈ। ਸਾਨੂੰ ਪਤਾ ਹੈ ਗੁਰੂ ਗ੍ਰੰਥ ਸਾਹਿਬ ਸਾਡਾ ਗੁਰੂ ਹੈ, ਅਸੀਂ ਨਮਸਤਕ ਤਾਂ ਹੋਣਾ ਹੀ ਹੈ, ਪਰ ਨਾਲ ਨਾਲ ਇਹ ਸੋਸ਼ਲ ਇਸ਼ੂਜ਼ ਨੂੰ ਮੈਂ ਜ਼ਰੂਰ ਟੱਚ ਕਰਦਾ ਹੁੰਦਾ ਕਿਉਂਕਿ ਅਸੀਂ ਇਹਨਾਂ ਨਾਲ ਜੁੜੇ ਹੋਏ ਹਾਂ। ਸਾਡੇ ਆਲੇ ਦੁਆਲੇ ਜੋ ਕੁਝ ਹੋ ਰਿਹਾ ਹੈ ਸਾਨੂੰ ਪਤਾ ਹੋਣਾ ਚਾਹੀਦਾ ਹੈ। ਕੱਲ੍ਹ ਨੂੰ ਇਹ ਨਾ ਕਹੀਏ ਕਿ ਸਾਨੂੰ ਤਾਂ ਪਤਾ ਹੀ ਨਹੀਂ ਸੀ। ਅਣਜਾਣੇ ਵਿੱਚ ਕੋਈ ਗਲਤੀ ਹੋ ਜਾਏ ਉਹ ਤਾਂ ਠੀਕ ਹੈ, ਲੇਕਿਨ ਜਾਣਬੁੱਝ ਕੇ ਜੇ ਕੀਤੀ ਜਾਏ ਤਾਂ ਉਸ ਦਾ ਅੰਜਾਮ ਤੁਹਾਨੂੰ ਪਤਾ ਹੀ ਹੈ ਕਿ ਕੀ ਹੁੰਦਾ ਹੈ। ਇਸ ਵਾਸਤੇ ਆਓ ਸਾਰੇ ਯਤਨ ਕਰੀਏ। ਭਾਈ ਸਾਹਿਬ ਨੇ ਜਿਹੜੇ ਇਹ ਗੁਰਬਾਣੀ ਦੇ ਆਧਾਰ ਦੇ ਉੱਤੇ ਸਾਡੇ ਨਾਲ ਸਾਂਝ ਪਾਈਏ, ਇਸ ਨੂੰ ਆਪਣੇ ਜੀਵਨ ਦਾ ਆਧਾਰ ਬਣਾਈਏ ਅਤੇ ਜਿੱਥੇ ਆਪਣੇ ਜੀਵਨ ਵਿੱਚ ਪਰਿਵਰਤਨ ਲਿਆਈਏ ਉਸ ਨਾਲ ਸਮਾਜ ਨੂੰ ਵੀ ਕੁਝ ਦੇ ਸਕੀਏ। ਸੋ ਕਰਦੇ ਹਾਂ ਪ੍ਰੋਗਰਾਮ ਦੀ ਇੱਥੇ ਹੀ ਸਮਾਪਤੀ। ਸਭ ਦਾ ਧੰਨਵਾਦ।
ਫੀਡਬੈਕ ਲਈ 604 603 7555 ਜਾਂ ਫਿਰ ਈਮੇਲ ਰਾਹੀਂ harpreet@akaltv.com ਤੇ ਸੰਪਰਕ ਕਰ ਸਕਦੇ ਹੋ। ਨਾਲ ਹੀ ਇੱਕ ਬੇਨਤੀ ਕਰਨਾ ਚਾਹੁੰਦੇ ਹਾਂ ਕਿ ਇਹ ਪ੍ਰੋਗਰਾਮ ਜਿਹੜੇ ਤੁਹਾਡੇ ਤੱਕ ਪਹੁੰਚਦੇ ਨੇ, ਅਸੀਂ ਸਮਾਂ ਖਰੀਦ ਕੇ ਤੁਹਾਡੇ ਤੱਕ ਪਹੁੰਚਦੇ ਹਾਂ ਅਤੇ ਇਹ ਪ੍ਰੋਗਰਾਮਸ ਵਿੱਚ ਸਾਡੇ ਸਹਿਯੋਗੀ ਯਾਨੀ ਕਿ ਐਡਵਰਟਾਈਜ਼ਰਸ ਅਤੇ ਸਪਾਂਸਰਸ ਜਿਹੜੇ ਨੇ ਉਹਨਾਂ ਦੇ ਸਹਿਯੋਗ ਨਾਲ ਹੀ ਇਹ ਤੁਹਾਡੇ ਤੱਕ ਪਹੁੰਚਦੇ ਨੇ। ਸੋ ਬੇਨਤੀ ਇਹ, ਜਿੱਥੇ ਤੁਸੀਂ ਹਰ ਰੋਜ਼ ਫੋਨ ਕਰਕੇ ਪ੍ਰੋਗਰਾਮ ਦੀ ਪ੍ਰਸ਼ੰਸਾ ਕਰਦੇ ਹੋ, ਇਹ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਜਿਹੜੇ ਸਾਡੇ ਐਡਵਰਟਾਈਜ਼ਰਸ ਅਤੇ ਸਪਾਂਸਰਸ ਨੇ ਉਹਨਾਂ ਦੇ ਜਿਹੜੇ ਕਾਰੋਬਾਰ ਨੇ ਉਹਨਾਂ ਦੇ ਵਿੱਚ ਤੁਸੀਂ ਜਿੰਨਾ ਵੀ ਵੱਧ ਚੜ੍ਹ ਕੇ ਉਹਨਾਂ ਨੂੰ ਯੋਗਦਾਨ ਪਾ ਸਕਦੇ ਹੋ ਪਾਓ, ਤਾਂ ਕਿ ਉਹ ਸਾਨੂੰ ਅੱਗੇ ਫਰਦਰ ਸਪਾਂਸਰ ਕਰਨ ਅਤੇ ਅਸੀਂ ਇਸ ਤਰੀਕੇ ਨਾਲ ਹੀ ਪ੍ਰੋਗਰਾਮਸ ਲੈ ਕੇ ਹਾਜ਼ਰ ਹੁੰਦੇ ਰਹੀਏ। ਸੋ ਕੋਈ ਗੱਲਬਾਤ ਕਰਨੀ ਹੋਏ ਤਾਂ ਉਸ ਵਾਸਤੇ ਤੁਸੀਂ ਸਾਡੇ ਨਾਲ ਜ਼ਰੂਰ ਸੰਪਰਕ ਕਰਨਾ। ਉਸ ਦੇ ਨਾਲ ਹੀ ਇਹ ਸਾਰੇ ਪ੍ਰੋਗਰਾਮਸ ਤੁਸੀਂ youtube.com/harpreet singh show ਤੇ ਜਾ ਕੇ ਵੀ ਵੇਖ ਸਕਦੇ ਹੋ। ਸੋ ਫਿਰ ਮੁਲਾਕਾਤ ਕਰਾਂਗੇ, ਤਦ ਤੱਕ ਗੁੱਡ ਬਾਏ।